ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕਨਫਿਊਜ਼ਡ ਵੀ ਨਜ਼ਰ ਆਉਂਦੀਆਂ ਵੇ ਔਰ ਉਹ ਜਿੱਦਾਂ ਮੈਂ ਕਹਿ ਸਕਦਾ ਕਿ ਤੂੰ ਮੈਂ ਦੀ ਰਾਜਨੀਤੀ ਜ਼ਿਆਦਾ ਪਏ ਹੋਏ ਨੇ। ਕਾਂਗਰਸ ਦੀ ਮੈਂ ਸਮਝਦਾ ਕਿ ਨਾ ਅਹਿਲੀਅਤ ਇੱਥੋਂ ਤੱਕ ਸੀ ਕਿ ਉਹ ਜਿਹੜੀ ਹਾਈ ਪਾਵਰਡ ਕਮੇਟੀ ਦਾ ਪਲੇਟਫਾਰਮ ਸੀਗਾ ਉਸ ਨੂੰ ਇਸਤੇਮਾਲ ਨਹੀਂ ਕਰ ਸਕੇ। ਹੁਣ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਗਿਆ ਅਕਾਲੀ ਦਲ ਦੇ ਰੈਂਕ ਐਂਡ ਫਾਈਲ ਕੇਡਰ ਦੇ ਉੱਤੇ, ਪਿੰਡਾਂ 'ਚ ਰਹਿਣ ਵਾਲੇ, ਕਿਉਂਕਿ ਉਹ ਕਿਸਾਨਾਂ ਨਾਲ ਕਨੈਕਟਡ ਨੇ, ਉਹਨਾਂ ਦਾ ਏਡਾ ਵੱਡਾ ਪ੍ਰੈਸ਼ਰ ਪਿਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ਵਿੱਚ ਇਸ ਦਾ ਵਿਰੋਧ ਕੀਤਾ। ਅਗਰ ਵਿਰੋਧ ਕੀਤਾ ਹੀ ਆ ਤਾਂ ਫਿਰ ਮੈਂ ਸਮਝਦਾ ਕਿ ਹਰਸਿਮਰਤ ਕੌਰ ਦਾ ਉੱਥੇ ਇਸ ਕੈਬਨਿਟ ਵਿੱਚ ਬੈਠੇ ਰਹਿਣਾ ਵੀ ਜਿਹੜਾ ਹੈ ਉਹ ਸ਼ੋਭੇਗਾ ਨਹੀਂ ਹੁਣ ਇਸ ਤੋਂ ਬਾਅਦ। ਭਗਵੰਤ ਮਾਨ ਨੇ ਵੀ ਪਾਰਲੀਮੈਂਟ ਦੇ ਅੰਦਰ ਇਸ ਗੱਲ ਦਾ ਵਿਰੋਧ ਕੀਤਾ, ਅੱਛੀ ਗੱਲ ਕੀਤੀ, ਪਰ ਜਿਹੜਾ ਬਾਹਰ ਨਿਕਲ ਕੇ ਇੰਟਰਵਿਊਜ਼ ਵਿੱਚ ਉਹ ਕਹਿ ਰਹੇ ਨੇ ਕਿ ਆਰਡੀਨੈਂਸ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੋਟਿੰਗ ਨਹੀਂ ਹੋਈ, ਇਹ ਵੀ ਉਹ ਤੱਥਾਂ ਤੋਂ ਦੂਰ ਗੱਲ ਕਰ ਰਹੇ ਨੇ। ਜਿਹੜਾ ਬਾਅਦ ਚ ਪਾਰਲੀਮੈਂਟ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ, ਇਹਦੇ ਚ ਉਹਨਾਂ ਦਾ ਵੀ ਜਿਹੜਾ ਰੋਲ ਹੈਗਾ ਉਹ ਕਨਫਿਊਜ਼ ਨਜ਼ਰ ਆਉਂਦਾ ਔਰ ਕੀ ਕਹਿੰਦੇ ਹੁੰਦੇ ਕਿ ਉਹ ਤਾਨੇਬਾਜ਼ੀ ਵਾਲੀ ਰਾਜਨੀਤੀ ਦਾ ਸਬੂਤ ਦੇ ਰਹੇ ਨੇ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਮੋਦੀ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਨੂੰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਦੱਸਿਆ ਹੈ। ਨਾਲ ਹੀ ਖਹਿਰਾ ਨੇ ਸਿਆਸੀ ਪਾਰਟੀਆਂ ਵੱਲੋਂ ਇਸ ਮੁੱਦੇ ਤੇ ਕੀਤੀ ਜਾ ਰਹੀ ਰਾਜਨੀਤੀ ਨੂੰ ਤੂੰ ਮੈਂ ਦੀ ਰਾਜਨੀਤੀ ਕਰਾਰ ਦਿੱਤਾ ਹੈ। ਇਸ ਦੌਰਾਨ ਖਹਿਰਾ ਨੇ ਵੱਖ-ਵੱਖ ਸਿਆਸੀ ਆਗੂਆਂ ਨੂੰ ਵੀ ਨਿਸ਼ਾਨੇ ਤੇ ਲਿਆ ਹੈ। ਦੋਸਤੋ, ਤੁਸੀਂ ਸਭ ਨੇ ਤਕਰੀਬਨ ਹੁਣ ਜਿਹੜਾ ਸ਼ੋਰ ਮਚਿਆ 3 ਖੇਤੀਬਾੜੀ ਦੇ ਆਰਡੀਨੈਂਸਸ ਨੂੰ ਲੈ ਕੇ, ਆਪਾਂ ਸਭ ਨੇ ਬਹੁਤ ਉਹਦੇ ਤੇ ਚਰਚਾ ਸੁਣ ਲਈ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ 'ਚ, ਬਲਕਿ ਪਾਰਲੀਮੈਂਟ ਵਿੱਚ ਵੀ ਇੱਕ ਆਰਡੀਨੈਂਸ ਪਾਸ ਹੋ ਚੁੱਕਿਆ ਵਾ। ਮੇਰਾ ਇਹ ਮੰਨਣਾ ਵਾ ਕਿ ਇਹ ਕੋਈ ਸ਼ੱਕ ਨਹੀਂਗਾ ਕਿ ਇਹ ਜਿਹੜੇ ਆਰਡੀਨੈਂਸਸ ਮੋਦੀ ਸਾਹਿਬ ਦੀ ਸਰਕਾਰ ਲੈ ਕੇ ਆ ਰਹੀ ਆ, ਇਹ ਮਜਮੂਈ ਤੌਰ ਤੇ ਕਿਸਾਨ ਤੇ ਖੇਤ ਮਜ਼ਦੂਰ ਵਿਰੋਧੀ ਨੇ ਔਰ ਨਾਲ ਇਹ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਵੀ ਸਿੱਧਾ ਡਾਕਾ ਵਾ। ਇਸੇ ਤਰ੍ਹਾਂ ਹੀ ਪਹਿਲਾਂ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜਾ GST ਸੀਗਾ ਉਸ ਨੂੰ ਇਹ ਨਾਰਾ ਦਿੱਤਾ ਕਿ 1 ਨੇਸ਼ਨ 1 ਟੈਕਸ, ਔਰ ਉਸ ਨੂੰ ਪਾਸ ਕਰਾ ਲਿਆ। ਉਹਦੇ ਨਾਲ ਜਿਹੜੇ ਸੂਬੇ ਸੀ ਉਹਨਾਂ ਦੇ ਵਿੱਤੀ ਅਧਿਕਾਰ ਜਿਹੜੇ ਸੀਗੇ ਉਹ ਲਗਭਗ ਨਾਮਾਤਰ ਨੇ। ਇਸੇ ਤਰ੍ਹਾਂ ਹੀ ਹੁਣ ਖੇਤੀਬਾੜੀ ਦੇ ਵਿੱਚ ਉਹਨਾਂ ਨੇ ਪ੍ਰਾਈਵੇਟ ਸੈਕਟਰ ਨੂੰ ਐਂਟਰੀ ਦੇਣ ਵਾਸਤੇ ਔਰ ਨਾਲ ਇੱਕ ਨਾਰਾ ਲਾਤਾ ਕਿ ਇੱਕ ਦੇਸ਼ ਇੱਕ ਮੰਡੀ। ਉਹਦੇ ਨਾਲ ਜਿੱਥੇ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਿਸਾਨਾਂ ਦਾ ਤੇ ਮਜ਼ਦੂਰਾਂ ਨੂੰ ਨੁਕਸਾਨ ਹੋਵੇਗਾ, ਐਗਰੀਰੀਅਨ ਇਕਨੋਮੀ ਨੂੰ ਨੁਕਸਾਨ ਹੋਵੇਗਾ, ਉੱਥੇ ਨਾਲ ਸਾਡੇ ਫੈਡਰਲ ਢਾਂਚੇ ਤੇ ਸਾਡੇ ਵੱਧ ਅਧਿਕਾਰਾਂ ਤੇ ਸੂਬਿਆਂ ਦੇ ਉੱਤੇ ਵੀ ਵੱਡਾ ਇੱਕ ਡਾਕਾ ਵੱਜ ਰਿਹਾ ਵਾ। ਪੰਜਾਬ ਮੰਡੀ ਬੋਰਡ ਜਿਹਦੇ ਕੋਲ ਹਰ ਖਰੀਦ ਵਿੱਚ ਕਣਕ ਤੇ ਝੋਨੇ ਦੇ ਹਰ ਕੁਇੰਟਲ ਵਿੱਚ 6% ਜਿਹੜਾ ਸੀਗਾ ਉਹ ਸਰਮਾਇਆ ਇਕੱਠਾ ਹੁੰਦਾ ਸੀ ਔਰ ਉਹ ਸਰਮਾਇਆ ਪੰਜਾਬ ਦੇ ਪਿੰਡਾਂ ਦੇ ਵਿੱਚ ਪੇਂਡੂ ਵਿਕਾਸ ਵਾਸਤੇ ਖਰਚ ਕੀਤਾ ਜਾਂਦਾ ਸੀਗਾ। ਸੋ ਇਸ ਕਰਕੇ ਇਹਦੇ 'ਚ ਕੋਈ ਸ਼ੁਬੇ ਵਾਲੀ ਗੱਲ ਨਹੀਂ ਕਿ ਇਹ ਕਿਸਾਨ ਵਿਰੋਧੀ ਨੇ ਔਰ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਇਫੈਕਟਿਵਲੀ ਇਹਦੇ ਖਿਲਾਫ ਕੈਂਪੇਨ ਕੀਤਾ ਉਹ ਕਿਸਾਨ ਜਥੇਬੰਦੀਆਂ ਨੇ ਕੀਤਾ ਔਰ ਇਹ ਜਿਹੜਾ ਕੈਂਪੇਨ ਜ਼ਿਆਦਾ ਪੰਜਾਬ ਤੇ ਹਰਿਆਣਾ ਔਰ ਉੱਤਰ ਪ੍ਰਦੇਸ਼ ਤੱਕ ਇਹ ਜ਼ਿਆਦਾ ਸੀਮਿਤ ਰਿਹਾ ਔਰ ਪੰਜਾਬ ਦੇ ਵਿੱਚ ਕਾਬਿਲੇ ਤਾਰੀਫ ਹੈ ਕਿ ਜਿੰਨੀਆਂ ਭਾਰਤੀ ਕਿਸਾਨ ਯੂਨੀਅਨ 11 ਜਥੇਬੰਦੀਆਂ ਨੇ ਇਕੱਠੇ ਹੋ ਕੇ ਕਾਫੀ ਵੱਡੇ ਪੱਧਰ ਤੇ ਪ੍ਰੈਸ਼ਰ ਬਿਲਡ ਕੀਤਾ। ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕਨਫਿਊਜ਼ਡ ਵੀ ਨਜ਼ਰ ਆਉਂਦੀਆਂ ਵੇ ਔਰ ਉਹ ਜਿੱਦਾਂ ਮੈਂ ਕਹਿ ਸਕਦਾ ਕਿ ਤੂੰ ਮੈਂ ਦੀ ਰਾਜਨੀਤੀ ਜ਼ਿਆਦਾ ਪਏ ਹੋਏ ਨੇ। ਜੇ ਪਹਿਲਾਂ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਦੇ ਚੀਫ ਮਿਨਿਸਟਰ ਨੂੰ ਜਿਹੜੀ ਹਾਈ ਪਾਵਰਡ ਕਮੇਟੀ ਬਣਾਈ ਸੀ ਬੀਜੇਪੀ ਦੀ ਸਰਕਾਰ ਨੇ, 6 ਸੂਬਿਆਂ ਦੇ ਚੀਫ ਮਿਨਿਸਟਰਸ ਨੂੰ ਉਹਦੇ 'ਚ ਇਨਕਲੂਡ ਕੀਤਾ ਸੀਗਾ। ਇਹਨਾਂ ਦਾ ਫਰਜ਼ ਬਣਦਾ ਸੀ ਜਦੋਂ ਤੁਹਾਨੂੰ ਮੌਕਾ ਮਿਲ ਰਿਹਾ ਸੀਗਾ ਤੁਸੀਂ ਆਪਣਾ ਜ਼ਬਰਦਸਤ ਵਿਰੋਧ ਰਿਕਾਰਡ ਕਰਾਉਂਦੇ, ਮੀਟਿੰਗ ਅਟੈਂਡ ਕਰਦੇ ਔਰ ਉੱਥੇ ਡਾਇਸੈਂਟ ਕਰਦੇ ਔਰ ਬਕਾਇਦਾ ਤੌਰ ਤੇ ਲਿਖਤੀ ਨੋਟ ਔਰ ਜੋ ਦਲੀਲਾਂ ਸੀ ਉੱਥੇ ਪੇਸ਼ ਕਰ ਦਿੰਦੇ। ਭਾਵੇਂ ਕਿ ਉਹ ਸਰਕਾਰ ਸਾਡੀ ਗੱਲ ਨਾ ਮੰਨਦੀ, ਪਰ ਘੱਟੋ ਘੱਟ ਆਪਣਾ ਇੱਕ ਡਾਇਸੈਂਟ ਰਿਕਾਰਡ ਕਰਨਾ ਬਹੁਤ ਜ਼ਰੂਰੀ ਸੀਗਾ। ਉੱਥੇ ਤਾਂ ਆਪਾਂ ਕੀਤਾ ਨਹੀਂਗਾ ਤੇ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ। ਕਦੀ ਗਵਰਨਰ ਸਾਹਿਬ ਨੂੰ ਮਿਲਦੇ ਆ ਔਰ ਵਿਧਾਨ ਸਭਾ ਦੇ ਵਿੱਚ ਵੀ ਮਤਾ ਪਾਸ ਕੀਤਾ, ਉਹ ਅੱਛੀ ਗੱਲ ਆ, ਅਸੀਂ ਉਹਦੀ ਸਪੋਰਟ ਕਰਦੇ ਹਾਂ। ਬਟ ਕਾਂਗਰਸ ਦੀ ਮੈਂ ਸਮਝਦਾ ਕਿ ਨਾ ਅਹਿਲੀਅਤ ਇੱਥੋਂ ਤੱਕ ਸੀ ਕਿ ਉਹ ਜਿਹੜੀ ਹਾਈ ਪਾਵਰਡ ਕਮੇਟੀ ਦਾ ਪਲੇਟਫਾਰਮ ਸੀਗਾ ਉਸ ਨੂੰ ਇਸਤੇਮਾਲ ਨਹੀਂ ਕਰ ਸਕੇ। ਜੇ ਮੈਂ ਅਕਾਲੀਆਂ ਦੀ ਗੱਲ ਕਰਾਂ ਤਾਂ ਉਹ ਪਿਛਲੇ 3-4 ਮਹੀਨਿਆਂ ਤੋਂ ਤਾਂ ਆਰਡੀਨੈਂਸ ਦੀ ਸਪੋਰਟ ਕਰ ਰਹੇ ਸੀਗੇ। ਉਹਨਾਂ ਨੇ ਮੇਰੇ ਖਿਆਲ ਸ਼ਾਇਦ ਐਗਰੀਕਲਚਰ ਮਿਨਿਸਟਰ ਨੂੰ ਵੀ ਪੰਜਾਬ 'ਚ ਚੰਡੀਗੜ੍ਹ ਲਿਆ ਕੇ ਇੱਕ ਪ੍ਰੈਸ ਕਾਨਫਰੰਸ ਕਰਾਈ ਮਿਸਟਰ ਟੋਮਰ ਤੋਂ ਔਰ ਉਹਨੂੰ ਕਿਹਾ ਕਿ ਕੋਈ ਖਦਸ਼ੇ ਵਾਲੀ ਗੱਲ ਨਹੀਂ ਕਿ MSP ਨਹੀਂ ਖਤਮ ਹੋਵੇਗੀ। ਹੁਣੇ ਹਾਲ ਹੀ ਥੋੜੇ ਦਿਨ ਪਹਿਲਾਂ ਹੀ ਸ਼ਾਇਦ ਵੱਡੇ ਬਾਦਲ ਸਾਹਿਬ ਨੇ ਵੀ ਇਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ।
ਪਰ ਕਿਉਂਕਿ ਜਦੋਂ ਹੁਣ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਗਿਆ, ਅਕਾਲੀ ਦਲ ਦੇ ਰੈਂਕ ਐਂਡ ਫਾਈਲ ਕੇਡਰ ਦੇ ਉੱਤੇ ਪਿੰਡਾਂ 'ਚ ਰਹਿਣ ਵਾਲੇ, ਕਿਉਂਕਿ ਉਹ ਕਿਸਾਨਾਂ ਨਾਲ ਕਨੈਕਟਡ ਨੇ, ਉਹਨਾਂ ਦਾ ਏਡਾ ਵੱਡਾ ਪ੍ਰੈਸ਼ਰ ਪਿਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ਵਿੱਚ ਇਸ ਦਾ ਵਿਰੋਧ ਕੀਤਾ। ਸੋ ਮਤਲਬ ਕਿ ਉਹਨਾਂ ਦੇ ਮਨਾਂ ਵਿੱਚ ਕਨਫਿਊਜ਼ਨ ਆ, ਔਰ ਅਗਰ ਵਿਰੋਧ ਕੀਤਾ ਹੀ ਆ ਤਾਂ ਫਿਰ ਮੈਂ ਸਮਝਦਾ ਕਿ ਹਰਸਿਮਰਤ ਕੌਰ ਦਾ ਉੱਥੇ ਇਸ ਕੈਬਨਿਟ ਵਿੱਚ ਬੈਠੇ ਰਹਿਣਾ ਵੀ ਜਿਹੜਾ ਹੈ ਉਹ ਸ਼ੋਭੇਗਾ ਨਹੀਂ ਹੁਣ ਇਸ ਤੋਂ ਬਾਅਦ। ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ, ਤਾਂ ਭਗਵੰਤ ਮਾਨ ਨੇ ਵੀ ਪਾਰਲੀਮੈਂਟ ਦੇ ਅੰਦਰ ਇਸ ਗੱਲ ਦਾ ਵਿਰੋਧ ਕੀਤਾ, ਅੱਛੀ ਗੱਲ ਕੀਤੀ। ਪਰ ਜਿਹੜਾ ਬਾਹਰ ਨਿਕਲ ਕੇ ਇੰਟਰਵਿਊਜ਼ ਵਿੱਚ ਉਹ ਕਹਿ ਰਹੇ ਨੇ ਕਿ ਆਰਡੀਨੈਂਸ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੋਟਿੰਗ ਨਹੀਂ ਹੋਈ, ਇਹ ਵੀ ਉਹ ਤੱਥਾਂ ਤੋਂ ਦੂਰ ਗੱਲ ਕਰ ਰਹੇ ਨੇ, ਕਿਉਂਕਿ ਲੋਕ ਸਭਾ ਔਰ ਅਸੈਂਬਲੀਆਂ ਦੇ ਵਿੱਚ ਆਮ ਤੌਰ ਤੇ ਜਿਹੜੇ ਬਿੱਲਸ ਹੁੰਦੇ ਨੇ, ਜਿਹੜੇ ਬਾਅਦ ਚ ਕਾਨੂੰਨ ਬਣਾਏ ਜਾਂਦੇ ਨੇ, ਉਹ ਵੌਇਸ ਵੋਟ ਦੇ ਨਾਲ ਹੀ ਪਾਸ ਕੀਤੇ ਜਾਂਦੇ ਨੇ। ਜਿੱਦਾਂ ਪੰਜਾਬ ਦੀ ਵਿਧਾਨ ਸਭਾ 'ਚ ਕਈ ਵਾਰ 12-13 ਬਿੱਲ ਅਖੀਰਲੇ ਦਿਨ ਪੰਜਾਬ ਸਰਕਾਰ ਲੈ ਕੇ ਆਉਂਦੀ ਆ ਤੇ ਸਪੀਕਰ ਸਾਹਿਬ ਉਹ ਧੜਾ ਧੜ ਸਿਰਫ ਹਾਂ ਪੱਖੀ ਵਾਲੇ ਹਾਂ ਕਹਿ ਦਿਓ, ਨਾ ਪੱਖੀ ਵਾਲੇ ਨਾ ਕਹਿ ਦਿਓ, ਇੰਨੀ ਗੱਲ ਸੁਣ ਕੇ ਹੀ ਬਿੱਲਸ ਪਾਸ ਹੋ ਜਾਂਦੇ, ਕਿਉਂਕਿ ਸਮਝਿਆ ਜਾਂਦਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਕੋਲ ਮੈਜੋਰਿਟੀ ਹੈ ਔਰ ਉਹਨਾਂ ਬਿੱਲਾਂ ਨੂੰ ਪਾਸ ਕੀਤਾ ਜਾਂਦਾ। ਲੋਕ ਸਭਾ ਦੇ ਵਿੱਚ ਵੀ ਜ਼ਿਆਦਾ ਤੌਰ ਤੇ ਪ੍ਰੈਕਟਿਸ ਇਹੀ ਆ ਕਿ ਵੌਇਸ ਵੋਟ ਨਾਲ ਬਿੱਲਸ ਪਾਸ ਕੀਤੇ ਜਾਂਦੇ। ਜਿੱਦਾਂ ਉਸ ਦਿਨ ਪਰਸੋਂ ਜਿਹੜਾ ਸੀਗਾ ਇਹ ਪਹਿਲਾ ਆਰਡੀਨੈਂਸ ਸੀ ਐਸੈਂਸ਼ੀਅਲ ਕਮੋਡਿਟੀਜ਼ ਦਾ, ਉਸ ਨੂੰ ਵੌਇਸ ਵੋਟ ਦੇ ਨਾਲ ਹੀ ਪਾਸ ਕੀਤਾ ਗਿਆ। ਔਰ ਬੀਜੇਪੀ ਜਿਸ ਕੋਲ ਇਸ ਲੋਕ ਸਭਾ ਦੇ ਵਿੱਚ 17ਵੀਂ ਲੋਕ ਸਭਾ 'ਚ 303 ਮੈਂਬਰ ਤਾਂ ਉਹਨਾਂ ਦੀ ਆਪਣੀ ਪਾਰਟੀ ਦੇ 543 ਤੋਂ, ਨਾਲ ਕੁਝ ਅਲਾਇੰਸ ਮੈਂਬਰ, ਸੋ ਇਸ ਕਰਕੇ ਉਹਨਾਂ ਕੋਲ ਬਰੂਟ ਮੈਜੋਰਿਟੀ ਆ। ਭਗਵੰਤ ਮਾਨ ਦਾ ਇਹ ਕਹਿਣਾ ਕਿ ਉੱਥੇ ਵੋਟਿੰਗ ਨਹੀਂ ਹੋਈ ਇੱਕ ਜ਼ਿੰਮੇਵਾਰ ਵਿਅਕਤੀ ਦੇ ਨਾਤੇ, ਉਹ ਮੈਂ ਸਮਝਦਾ ਕਿ ਉਹ ਗਲਤ ਗੱਲ ਸੀਗੀ। ਉਹਨਾਂ ਨੇ ਇਹ ਦਲੀਲ ਦਿੱਤੀ ਕਿ ਵੋਟਿੰਗ ਜਿਹੜੀ ਹੁੰਦੀ ਆ ਉਹ ਡਿਵੀਜ਼ਨ ਰਾਹੀਂ ਹੁੰਦੀ ਆ, ਜਦੋਂ ਡਿਵੀਜ਼ਨ ਮੰਗੀ ਜਾਂਦੀ ਆ ਉਦੋਂ ਜਿਹੜੀ ਵੋਟਿੰਗ ਸਪਸ਼ਟ ਹੁੰਦੀ ਆ ਕਿ ਤੁਸੀਂ ਆਪਣਾ ਬਟਨ ਪ੍ਰੈਸ ਕਰਨਾ, ਤੁਸੀਂ ਸਪੋਰਟ ਵਾਲਾ ਬਟਨ ਪ੍ਰੈਸ ਕਰਨਾ, ਤੁਸੀਂ ਵਿਰੋਧ ਵਾਲਾ ਕਰਨਾ, ਕਿ ਤੁਸੀਂ ਨਿਊਟਰਲ ਰਹਿਣ ਵਾਲਾ ਕਰਨਾ। ਇਸ ਗੱਲ ਦਾ ਸਾਨੂੰ ਸਭ ਨੂੰ ਇਲਮ ਹੈਗਾ। ਜਾਂ ਤਾਂ ਫਿਰ ਉਦੋਂ ਭਗਵੰਤ ਮਾਨ ਪਰਸੋਂ ਵਾਲੇ ਆਰਡੀਨੈਂਸ ਤੇ ਜਾਂ ਅੱਜ ਵਾਲੇ ਆਰਡੀਨੈਂਸ ਜਿਹੜੇ ਪੇਸ਼ ਹੋਣ ਜਾ ਰਹੇ ਨੇ ਉਹਦੇ ਤੇ ਡਿਵੀਜ਼ਨ ਮੰਗ ਲੈਣ। ਜਦੋਂ ਕੋਈ ਵੀ ਮੈਂਬਰ ਖੜਾ ਹੋ ਕੇ ਡਿਵੀਜ਼ਨ ਮੰਗ ਲੈਂਦਾ ਤਾਂ ਫਿਰ ਆਪਾਂ ਨੂੰ ਸਭ ਨੂੰ ਪਤਾ ਲੱਗ ਜਾਂਦਾ ਕਿ ਕਿਸ ਨੇ ਵੋਟ ਕਿੱਧਰ ਪਾਈ ਆ। ਇਸ ਕਰਕੇ ਇਹ ਜਿਹੜਾ ਬਾਅਦ ਚ ਪਾਰਲੀਮੈਂਟ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ, ਇਹਦੇ ਚ ਉਹਨਾਂ ਦਾ ਵੀ ਜਿਹੜਾ ਰੋਲ ਹੈਗਾ ਉਹ ਕਨਫਿਊਜ਼ ਨਜ਼ਰ ਆਉਂਦਾ। ਔਰ ਕੀ ਕਹਿੰਦੇ ਹੁੰਦੇ ਕਿ ਉਹ ਤਾਨੇਬਾਜ਼ੀ ਵਾਲੀ ਰਾਜਨੀਤੀ ਦਾ ਸਬੂਤ ਦੇ ਰਹੇ ਨੇ। ਅਸਲ ਤਾਂ ਸਾਰਿਆਂ ਦਾ ਮਿਲ ਕੇ ਇਹ ਬਣਦਾ ਸੀ ਫਰਜ਼ ਕਿ ਕਿਸੇ ਤਰੀਕੇ ਨਾਲ ਇਹ ਆਰਡੀਨੈਂਸਸ ਕਾਨੂੰਨ ਨਾ ਬਣਦੇ ਔਰ ਕਿਸਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਨਾ ਹੁੰਦਾ। ਆਪਾਂ ਉਸ ਨੂੰ ਤਾਂ ਰੋਕ ਨਹੀਂ ਸਕੇ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਇੱਕ ਦੂਜੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਇਲਜ਼ਾਮਬਾਜ਼ੀ ਲੱਗ ਰਹੀ ਆ। ਠੀਕ ਹੈ, ਮੈਂ ਜਿੱਦਾਂ ਪਹਿਲਾਂ ਕਹਿਤਾ ਕਿ ਅਕਾਲੀ ਦਲ ਦਾ ਕਨਫਿਊਜ਼ਨ ਵਾਲਾ ਰੋਲ ਹੈ, ਨੋ ਡਾਊਟ ਅਬਾਊਟ ਦੈਟ। ਕਾਂਗਰਸ ਨੇ ਹਾਈ ਪਾਵਰ ਕਮੇਟੀ ਵਿੱਚ ਜਾ ਕੇ ਆਪਣਾ ਰੋਲ, ਆਪਣਾ ਰਿਕਾਰਡ ਡਾਇਸੈਂਟ ਰਿਕਾਰਡ ਨਹੀਂ ਕੀਤਾ, ਉਹ ਉਹਨਾਂ ਦੀ ਕਮੀ ਰਹੀ ਉੱਥੇ। ਆਮ ਆਦਮੀ ਪਾਰਟੀ ਨੇ ਅੰਦਰ ਵਿਰੋਧ ਕਰ ਦਿੱਤਾ। ਕੁਝ ਲੋਕ ਤਾਂ ਹੁਣ ਮੈਨੂੰ ਕਨਫਰਮ ਨਹੀਂਗਾ, ਉਹ ਕਹਿੰਦੇ ਕਿ ਜਦੋਂ ਵੌਇਸ ਵੋਟ ਹੋਣੀ ਸੀ ਉਦੋਂ ਭਗਵੰਤ ਸਿੰਘ ਮਾਨ ਪਾਰਲੀਮੈਂਟ ਵਿੱਚ ਹੈ ਹੀ ਨਹੀਂ ਸੀਗੇ, ਗੈਰ ਹਾਜ਼ਰ ਸੀਗੇ। ਪਰ ਚਲੋ ਉਸ ਗੱਲ ਨੂੰ ਵੀ ਆਪਾਂ ਇਗਨੋਰ ਕਰ ਦਈਏ। ਤਾਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਇੱਕ ਰਿਸਪੌਂਸਿਬਲ ਪਾਰਟੀ ਦੇ ਲੀਡਰ ਵੱਲੋਂ, ਰਿਸਪੌਂਸਿਬਲ ਬੰਦੇ ਵੱਲੋਂ ਇਹ ਕਹਿਣਾ ਕਿ ਵੋਟਿੰਗ ਹੀ ਨਹੀਂ ਹੋਈ, ਇਹ ਵੀ ਤੱਥਾਂ ਤੋਂ ਗਲਤ ਗੱਲ ਆ। ਔਰ ਆਮ ਤੌਰ ਤੇ ਜਾਂ ਤਾਂ ਮੈਂਬਰ ਡਿਵੀਜ਼ਨ ਮੰਗ ਲਵੇ ਤੇ ਵੋਟ ਪੈਂਦੀ ਆ, ਕਲੌਜ਼ ਬਾਈ ਕਲੌਜ਼ ਹਰ ਬਿੱਲ ਦੇ ਉੱਤੇ ਵੋਟ ਪੈ ਸਕਦੀ ਆ, ਜਾਂ ਫਿਰ ਦੂਜਾ ਰਾਹ ਹੈਗਾ ਵਾ ਕਿ ਨੋ ਕੌਨਫੀਡੈਂਸ ਪੇਸ਼ ਹੋਵੇ। ਨੋ ਕੌਨਫੀਡੈਂਸ ਵਾਸਤੇ 50 ਐਮਪੀਜ਼ ਨੇ ਲਿਖ ਕੇ ਬਕਾਇਦਾ ਤੌਰ ਤੇ ਉਹਦੇ ਸਪੀਕਰ ਨੂੰ ਦੇਣਾ ਪੈਂਦਾ, ਤਾਂ ਫਿਰ ਕਿਸੇ ਮੁੱਦੇ ਦੇ ਉੱਤੇ ਉਹਦੇ ਤੇ ਬਕਾਇਦਾ ਤੌਰ ਤੇ ਵੋਟ ਪੈਂਦੀ ਆ। ਆਪਣੇ ਸਾਹਮਣੇ ਹੁਣੇ ਤਾਜ਼ੇ ਡਾਕਟਰ ਮਨਮੋਹਨ ਸਿੰਘ ਦੀ 2008 ਵਿੱਚ ਜਦੋਂ ਨਿਊਕਲੀਅਰ ਡੀਲ ਕੀਤੀ ਸੀ ਉਹਨਾਂ ਨੇ ਅਮਰੀਕਾ ਦੇ ਨਾਲ, ਉਹਦੇ ਤੇ ਵੋਟਿੰਗ ਹੋਈ ਸੀਗੀ, ਨੋ ਕੌਨਫੀਡੈਂਸ ਮੋਸ਼ਨ ਹੋਇਆ ਸੀਗਾ। ਔਰ ਉਸ ਤੋਂ ਪਹਿਲਾਂ 1999 ਦੇ ਵਿੱਚ ਵਾਜਪਾਈ ਸਾਹਿਬ ਦੀ ਸਰਕਾਰ ਇੱਕ ਵੋਟ ਦੇ ਨਾਲ ਗਿਰ ਗਈ ਸੀਗੀ, ਉਦੋਂ ਵੀ ਵੋਟਿੰਗ ਹੋਈ ਸੀ। ਔਰ ਵੋਟਿੰਗ ਵੈਸੇ ਹੁੰਦੀ ਆ, ਪਰ ਉਹਦੇ ਵਾਸਤੇ ਫਿਰ ਮੰਗਣੀ ਪੈਂਦੀ ਕਿ ਸਪੀਕਰ ਸਾਹਿਬ ਇਸ ਇਸ਼ੂ ਦੇ ਉੱਤੇ ਡਿਵੀਜ਼ਨ ਅਲਾਉ ਕੀਤੀ ਜਾਵੇ, ਤਾਂ ਹੀ ਉਹ ਜਿਹੜਾ ਹੈ ਵੋਟ ਦੀ ਸ਼ਕਲ ਵਿੱਚ ਆਵੇਗਾ। ਤੇ ਜਦੋਂ ਆਪਾਂ ਉੱਥੇ ਕਈ ਵਾਰੀ ਹਾਜ਼ਰ ਹੀ ਨਹੀਂ ਗਏ ਜਾਂ ਆਪਾਂ ਡਿਵੀਜ਼ਨ ਮੰਗੀ ਨਹੀਂ ਗਈ ਤੇ ਬਾਅਦ ਚ ਅਸੀਂ ਕਹਿੰਦੇ ਕਿ ਨਹੀਂ ਜੀ ਇਹ ਵੋਟਿੰਗ ਹੋਈ ਨਹੀਂ, ਇਹ ਮੈਂ ਸਮਝਦਾ ਕਿ ਇਹ ਵੀ ਪੱਖ ਜਿਹੜਾ ਸੀਗਾ ਉਹਨਾਂ ਦਾ ਗਲਤ ਸੀਗਾ। ਇਸ ਲਈ ਹਲੇ 2 ਆਰਡੀਨੈਂਸ ਬਕਾਇਆ ਨੇ। ਮੈਂ ਸਮਝਦਾ ਕਿ ਸਾਰਿਆਂ ਦਾ ਪੱਖ ਸਾਫ਼ ਹੋ ਜਾਣਾ ਚਾਹੀਦਾ ਵਾ ਔਰ ਸਾਰੀਆਂ ਪਾਰਟੀਆਂ ਨੂੰ ਆਪਣੀ ਪੋਜੀਸ਼ਨ ਕੈਟੇਗੋਰਿਕਲੀ ਕਲੀਅਰ ਕਰਨੀ ਚਾਹੀਦੀ ਹੈ। ਔਰ ਮੈਂ ਸਮਝਦਾ ਕਿ ਬਜਾਏ ਇਹ ਕਹਿਣਾ ਕਿ ਵੋਟਾਂ ਨਹੀਂ ਪਈਆਂ, ਉਹ ਨਹੀਂ ਹੋਇਆ, ਅਕਾਲੀ ਦਲ ਕੋਲੋਂ ਸਾਨੂੰ ਇਹ ਮੰਗਣਾ ਪੁੱਛਣਾ ਚਾਹੀਦਾ ਕਿ ਜੇ ਤਾਂ ਤੁਸੀਂ
ਇਹਨਾਂ ਆਰਡੀਨੈਂਸਾਂ ਦੇ ਖਿਲਾਫ ਹੋ ਤਾਂ ਫਿਰ ਖੁੱਲ੍ਹ ਕੇ ਸਪੀਕਰ ਸਾਹਿਬ ਦੇ ਸਾਹਮਣੇ ਕਹੋ ਕਿ ਅਸੀਂ ਇਸ ਦਾ ਖੁੱਲ੍ਹ ਕੇ ਵਿਰੋਧ ਕਰਦੇ ਹਾਂ, ਔਰ ਜੇ ਲੋੜ ਪਵੇ ਵੌਇਸ ਵੋਟ ਵਿੱਚ ਵੀ ਬੋਲ ਕੇ ਵੀ ਤੁਸੀਂ ਇਸ ਦਾ ਵਿਰੋਧ ਕਰੋ। ਔਰ ਨਾਲ ਮੈਂ ਸਮਝਦਾ ਕਿ ਜਦੋਂ ਤੁਸੀਂ ਸਿਧਾਂਤਕ ਤੌਰ ਤੇ ਕਿਸੇ ਪਾਰਟੀ ਦੇ ਕਿਸੇ ਵੱਡੀ ਨੀਤੀ ਨਾਲ ਸਹਿਮਤ ਨਹੀਂ ਤਾਂ ਫਿਰ ਮੈਂ ਸਮਝਦਾ ਕਿ ਹਰਸਿਮਰਤ ਕੌਰ ਨੂੰ ਉੱਥੋਂ ਕੈਬਨਿਟ ਚੋਂ ਵੀ ਅਸਤੀਫਾ ਦੇਣਾ ਚਾਹੀਦਾ ਔਰ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਗੱਠਜੋੜ ਤੋੜਨਾ ਚਾਹੀਦਾ, ਕਿਉਂਕਿ ਪੰਜਾਬ ਬੇਸਿਕਲੀ ਐਗਰੇਰੀਅਨ ਇਕਨੋਮੀ ਹੈ, ਖੇਤੀ ਪ੍ਰਧਾਨ ਸੂਬਾ ਵਾ, ਤੇ ਜੇ ਖੇਤੀ ਦੇ ਉੱਤੇ ਹੀ ਸਾਡੇ ਨੁਕਸਾਨ ਕਰਨ ਤੇ ਆ ਗਈ ਸਰਕਾਰ ਤਾਂ ਫਿਰ ਇਸ ਤਰ੍ਹਾਂ ਦਾ ਗੱਠਜੋੜ ਰੱਖਣਾ ਮੁਨਾਸਿਬ ਨਹੀਂ ਹੋਗਾ। ਅਸਲ ਇਸ਼ੂ ਇਹ ਆ ਕਿ ਅਕਾਲੀ ਦਲ ਨੂੰ ਦੀ ਪਰਖ ਦੀ ਘੜੀ ਆ ਇਸ ਮੁੱਦੇ ਦੇ ਉੱਤੇ ਕਿ ਕੀ ਆਇਆ ਉਹ ਪੰਜਾਬ ਦੇ ਹਿੱਤ ਦੇ ਖਾਤਰ ਅਗਰ ਇਸ ਆਰਡੀਨੈਂਸ ਦਾ ਵਿਰੋਧ ਕਰਦੇ ਨੇ ਤੇ ਕੀ ਆਇਆ ਉਹ ਇਸ ਅਲਾਇੰਸ ਨੂੰ ਵੀ ਖਤਮ ਕਰਦੇ ਨੇ, ਔਰ ਕੀ ਹਰਸਿਮਰਤ ਕੌਰ ਬਾਦਲ ਆਪਣੇ ਵਜ਼ਾਰਤ ਤੋਂ ਅਸਤੀਫਾ ਦਿੰਦੀ ਆ। ਇਹ ਸਾਰੀਆਂ ਗੱਲਾਂ ਇੱਕ ਅੱਧੇ ਦਿਨ ਦੇ ਵਿੱਚ ਕਾਫੀ ਹੱਦ ਤੱਕ ਕਲੀਅਰ ਹੋ ਜਾਣਗੀਆਂ ਔਰ ਕਰ ਵੀ ਦੇਣੀਆਂ ਚਾਹੀਦੀਆਂ, ਬਜਾਏ ਕਿ ਇੱਕ ਦੂਜੇ ਤੇ ਤੋਮਤਾਂ ਲਾਉਣੀਆਂ ਛੋਟੇ ਲੈਵਲ ਦੇ ਉੱਤੇ ਇੱਕ ਦੂਜੇ ਨੂੰ ਜਿਹੜਾ ਹੈਗਾ ਵਾ ਉਹ ਭੰਡਣਾ। ਉਹਦੇ ਨਾਲੋਂ ਤਾਂ ਅਸਲ ਅਸੂਲਨ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਦੇ, ਔਰ ਆਪਣੇ ਕੋਲ ਬਹੁਤ ਸਮਾਂ ਸੀ, ਆਰਡੀਨੈਂਸ 4 ਮਹੀਨੇ ਹੋ ਗਏ ਉਹਨਾਂ ਨੂੰ ਆਰਡੀਨੈਂਸ ਜਾਰੀ ਕੀਤਿਆਂ ਨੂੰ। 4 ਮਹੀਨਿਆਂ ਦੇ ਵਿੱਚ ਸਾਰੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਾ ਵਫਦ ਪ੍ਰਾਈਮ ਮਿਨਿਸਟਰ ਨੂੰ ਮਿਲਦਾ, ਖੇਤੀਬਾੜੀ ਮਿਨਿਸਟਰ ਨੂੰ ਮਿਲਦਾ, ਔਰ ਉਸ ਤੋਂ ਪਹਿਲਾਂ ਜਿਹੜਾ ਕਿਸਾਨ ਜਥੇਬੰਦੀਆਂ ਨੇ ਕੰਮ ਕੀਤਾ, ਪਬਲਿਕ ਪ੍ਰੈਸ਼ਰ ਬਿਲਡ ਕੀਤਾ, ਉਹ ਇਹ ਸਾਰੀਆਂ ਪਾਰਟੀਆਂ ਨੂੰ ਬਿਲਡ ਕਰਨਾ ਚਾਹੀਦਾ ਸੀਗਾ। ਇਸ ਲਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਿਰਫ ਕਿ ਪੋਲੀਟੀਕਲ ਪਾਰਟੀਆਂ ਕਈ ਵਾਰ ਡਰਾਮੇਬਾਜ਼ੀ ਜ਼ਿਆਦਾ ਕਰ ਰਹੀਆਂ ਤੇ ਮੁੱਦਿਆਂ ਤੇ ਅਸਲ ਵਿੱਚ ਜਿੰਨੀ ਉਹਨਾਂ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਉਹ ਨਜ਼ਰ ਨਹੀਂ ਆਏ। ਔਰ ਇਹ ਤਾਜ਼ਾ ਉਦਾਹਰਨ ਉਹਦਾ ਖੇਤੀਬਾੜੀ ਦੇ ਆਰਡੀਨੈਂਸਸ ਨੂੰ ਲੈ ਕੇ ਲੋਕ ਸਭਾ ਦੇ ਅੰਦਰ ਤੇ ਲੋਕ ਸਭਾ ਦੇ ਬਾਹਰ ਜੋ ਡਰਾਮੇਬਾਜ਼ੀ ਹੋਈ ਆ ਉਸ ਨੂੰ ਮੈਂ ਅੱਜ ਸਿਰਫ ਤੁਹਾਡੇ ਧਿਆਨ ਵਿੱਚ ਲੈ ਕੇ ਆਉਣਾ ਸੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਮੋਦੀ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਸਿਆਸੀ ਆਗੂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਤੇ ਕਿਸਾਨ ਪ੍ਰਦਰਸ਼ਨ ਦੇ ਰਾਹ ਤੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਇਹ ਮੁੱਦਾ ਕੀ ਮੋੜ ਲੈਂਦਾ ਹੈ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।